ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੁਆਇੰਟ ਟੂ ਪੁਆਇੰਟ ਦੇਖਦੇ ਹਾਂ ਕਿ ਜਦੋਂ ਆਪਾਂ ਆਇਲਸ ਦੀ ਰਾਈਟਿੰਗ ਕਰਨੀ ਹੁੰਦੀ ਆ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਸਪੈਸ਼ਲੀ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਕੀ ਆਉਂਦਾ ਹੈ ਆਪਣੀ ਅੰਡਰਸਟੈਂਡਿੰਗ। ਇਹਦਾ ਮਤਲਬ ਆ ਕਿ ਜਦੋਂ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਕੁਐਸਚਨ ਆਪਾਂ ਨੂੰ ਦਿੱਤਾ ਹੁੰਦਾ ਉਹਨੂੰ ਜਦੋਂ ਆਪਾਂ ਰੀਡ ਕਰਨਾ ਸਟਾਰਟ ਕਰਨਾ ਤਾਂ ਆਪਣੀ ਮੀਨਸ ਕੈਪੇਬਿਲਿਟੀ ਕਿੰਨੀ ਆ ਕਿ ਆਪਾਂ ਉਹਨੂੰ ਕਿੰਨੀ ਕੁ ਹੱਦ ਤੱਕ ਆਪਾਂ ਉਹਨੂੰ ਸਮਝ ਸਕਦੇ ਹਾਂ। ਜੇ ਤਾਂ ਆਪਾਂ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝਾਂਗੇ ਤਾਂ ਹੀ ਆਪਾਂ ਉਹਨੂੰ ਸੋਲਵ ਕਰ ਸਕਦੇ ਹਾਂ, ਅਦਰਵਾਈਜ਼ ਆਪਣੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਿਲ ਕ੍ਰੀਏਟ ਹੋ ਜਾਊਗੀ। ਉਹ ਕੁਐਸਚਨ ਨੂੰ ਅੰਡਰਸਟੈਂਡ ਹੀ ਨਹੀਂ ਹੋਇਆ ਤਾਂ ਸੋਲਵ ਕਿੱਥੋਂ ਕਰਨਾ। ਤੇ ਜਿਹੜੀ ਸੈਕਿੰਡ ਚੀਜ਼ ਆਉਂਦੀ ਆ ਅੰਡਰਸਟੈਂਡਿੰਗ ਤੋਂ ਬਾਅਦ ਵਿੱਚ ਉਹ ਆਉਂਦੀ ਆ ਆਪਣੀ ਵੋਕੈਬਲਰੀ। ਵੋਕੈਬਲਰੀ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕਿੰਨੇ ਕੁ ਜ਼ਿਆਦਾ ਹਾਈ ਫਾਈ ਵਰਡਸ ਯੂਜ਼ ਕਰ ਸਕਦੇ ਹਾਂ ਜਾਂ ਕੁਛ ਵੀ, ਬਟ ਆਪਾਂ ਨੂੰ ਥੋੜ੍ਹੇ ਬਹੁਤੇ ਸਿਨੋਨਿਮਸ ਤਾਂ ਐਟਲੀਸਟ ਪਤਾ ਹੋਣੇ ਚਾਹੀਦੇ ਆ ਤਾਂ ਹੀ ਆਪਾਂ ਕੁਛ ਲਿਖ ਸਕਦੇ ਹਾਂ। ਦੈਨ ਗ੍ਰਾਮਰ, ਓਬਵੀਅਸਲੀ ਜੇ ਆਪਾਂ ਨੂੰ ਗ੍ਰਾਮਰ ਆਉਂਦੀ ਹੋ ਤਾਂ ਹੀ ਆਪਾਂ ਇੱਕ ਚੰਗੇ ਸੈਂਟੈਂਸ ਬਣਾ ਸਕਦੇ। ਜੇ ਸੈਂਟੈਂਸ ਚੰਗੇ ਹੋਣਗੇ ਤਾਂ ਹੀ ਤਾਂ ਐਸੇ ਚੰਗਾ ਲਿਖਿਆ ਜਾਊਗਾ, ਚਾਹੇ ਉਹ ਟਾਸਕ 1 ਹੋਵੇ ਚਾਹੇ ਟਾਸਕ 2 ਹੋਵੇ, ਚਾਹੇ ਆਪਾਂ ਇੱਕ ਨੋਰਮਲ ਐਸੇ ਵੀ ਕਿਉਂ ਨਾ ਲਿਖੀਏ। ਉਹ ਤੋਂ ਬਾਅਦ ਕਿਹੜੀ ਚੀਜ਼ ਆਉਂਦੀ ਆ ਜਦੋਂ ਇਹ ਤਿੰਨੇ ਚੀਜ਼ਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਉਦੋਂ ਮਗਰੋਂ ਆਉਂਦੀ ਆ ਆਪਣੀ ਐਸੇ ਦੀ ਸਟਰਕਚਰ। ਸਟਰਕਚਰ ਤੋਂ ਮਤਲਬ ਆ ਕਿ ਆਪਾਂ ਆਪਦੇ ਪੁਆਇੰਟਸ ਨੂੰ ਆਰਗੇਨਾਈਜ਼ ਕਿਵੇਂ ਕਰ ਸਕਦੇ ਹਾਂ। ਇਹਨੂੰ ਆਰਗੇਨਾਈਜ਼ ਕਰਨ ਲਈ ਇੱਕ ਵੇ ਹੁੰਦਾ ਜਿਹਨੂੰ ਆਪਾਂ ਪੀਪ ਮੈਥਡ ਵੀ ਕਹਿ ਸਕਦੇ ਹਾਂ। ਪੀ ਫॉर ਪੁਆਇੰਟ, ਜਿਹੜਾ ਆਪਣਾ ਮੇਨ ਪੁਆਇੰਟ ਆ ਉਹ ਲਿਖੋ। ਈ ਫॉर ਐਕਸਪਲੇਨ, ਜਿਹੜਾ ਹੁਣ ਮੇਨ ਪੁਆਇੰਟ ਆ ਉਹਨੂੰ ਐਕਸਪਲੇਨ ਕਰੋ। ਦੈਨ ਈ ਫॉर ਐਗਜ਼ਾਮਪਲ, ਆਪਣੀ ਇੱਕ ਐਗਜ਼ਾਮਪਲ ਦੇਵੋ। ਦੈਨ ਕਨਕਲੂਡਿੰਗ ਪੁਆਇੰਟ, ਸਭ ਤੋਂ ਪਹਿਲਾਂ ਮੇਨ ਪੁਆਇੰਟ ਦੱਸੋ, ਉਸ ਤੋਂ ਬਾਅਦ ਉਹ ਜਿਹੜਾ ਮੇਨ ਪੁਆਇੰਟ ਆ ਉਹਨੂੰ ਐਕਸਪਲੇਨ ਕਰੋ, ਉਦੋਂ ਮਗਰੋਂ ਦੀ ਇੱਕ ਐਗਜ਼ਾਮਪਲ ਦੇਵੋ, ਲਾਸਟਲੀ ਕਨਕਲੂਜ਼ਨ ਦੇਵੋ। ਮੀਨਸ ਲਾਸਟ ਵਿੱਚ ਤਾਂ ਕਨਕਲੂਜ਼ਨ ਦੇਣਾ ਹੀ ਹੁੰਦਾ, ਬਟ ਹਰ ਇੱਕ ਪੈਰੇ ਦੇ ਵਿੱਚ ਦੇਅਰਫੋਰ, ਹਿੰਸ, ਦਸ, ਦੇਅਰਫੋਰ ਇੱਦਾਂ ਦੇ ਵਰਡਸ ਲਿਖ ਕੇ ਹਰੇਕ ਇੱਕ ਪੈਰਾਗ੍ਰਾਫ ਦਾ ਕਨਕਲੂਜ਼ਨ ਕੱਢਣਾ ਚਾਹੀਦਾ ਹੈ। ਉਦੋਂ ਮਗਰੋਂ ਗੱਲ ਆਉਂਦੀ ਆ ਕਿ ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਅੰਡਰਸਟੈਂਡ ਕਰ ਲਿਆ ਤਾਂ ਉਦੋਂ ਮਗਰੋਂ ਆਪਾਂ ਉਹਨੂੰ ਕਿੱਦਾਂ ਮੀਨਸ ਰੀਰਾਈਟ ਤਾਂ ਕਰਦੇ ਹਾਂ ਆਪਾਂ, ਬਟ ਉਦੋਂ ਆਪਾਂ ਪ੍ਰੋਪਰਲੀ ਉਹਦੇ ਵਿੱਚ ਉਹੀ ਕੁਛ ਲਿਖਦੇ ਹਾਂ ਜਿਹੜਾ ਕੁਛ ਕੁਐਸਚਨ ਦੀ ਡਿਮਾਂਡ ਆ। ਕਿ ਮੀਨਸ ਕੁਐਸਚਨ ਕੁਛ ਹੋਰ ਆ, ਲਿਖੀ ਆਪਾਂ ਕਿਸੇ ਹੋਰ ਚੀਜ਼ 'ਤੇ ਜਾਂਦੇ ਹਾਂ। ਇੱਦਾਂ ਦੀ ਤਾਂ ਕੁਛ ਨਹੀਂ ਹੈਗਾ ਨਾ ਕਿ ਰਿਲੇਟ ਕਰਦਾ ਹੈ ਕੁਐਸਚਨ ਦੇ ਨਾਲ ਆਨਸਰ ਕਿ ਨਹੀਂ ਕਰਦਾ। ਇਹ ਵੀ ਮੋਸਟ ਇੰਪੋਰਟੈਂਟ ਪੁਆਇੰਟ ਆ, ਕਿਉਂਕਿ ਇੱਦਾਂ ਦਾ ਹੈ ਨਹੀਂ ਕਿ ਕੁਐਸਚਨ ਆਪਣੇ ਤੋਂ ਪੁੱਛਿਆ ਹੋਵੇ ਐਜੂਕੇਸ਼ਨ ਦੇ ਰਿਲੇਟਡ ਅਤੇ ਆਪਾਂ ਗੱਲ ਉਹਦੇ ਵਿੱਚ ਮਿਊਜ਼ਿਕ ਦੇ ਰਿਲੇਟਡ ਕਰੀ ਜਾਈਏ, ਇੱਦਾਂ ਤਾਂ ਗੱਲ ਵੀ ਨਹੀਂ ਬਣਨੀ। ਉਦੋਂ ਨੈਕਸਟ ਗੱਲ ਕੀ ਆਉਂਦੀ ਆ ਆਪਣੇ ਸਪੈਲਿੰਗਸ, ਕਿ ਆਪਾਂ ਲਿਖ ਤਾਂ ਜ਼ਰੂਰ ਰਹੇ ਹਾਂ। ਕਈ ਵਾਰ ਹੁੰਦਾ ਨਾ ਕਿ ਆਪਾਂ ਪਤਾ ਨਹੀਂ ਕਿੱਡੇ ਵੱਡੇ ਅੱਖਰ ਲਿਖ ਦਿੰਦੇ ਹਾਂ, ਬਟ ਉਹਨਾਂ ਦੀ ਸਪੈਲਿੰਗ ਤਾਂ ਆਪਾਂ ਨੂੰ ਨਹੀਂ ਪਤਾ ਹੁੰਦੀ। ਜਦ ਆਪਾਂ ਨੂੰ ਹੀ ਨਹੀਂ ਪਤਾ ਤਾਂ ਜਿਹੜਾ ਸਾਹਮਣੇ ਐਗਜ਼ਾਮੀਨਰ ਬੈਠਾ ਹੋਣਾ, ਜਿਹਨੇ ਆਪਣੇ ਪੇਪਰ ਚੈੱਕ ਕਰਨੇ ਨੇ, ਉਹ ਕਿਵੇਂ ਸਮਝ ਸਕਦਾ ਕਿ ਉਹਨਾਂ ਨੇ ਕੀ ਲਿਖਿਆ ਹੋਵੇ, ਕਿਉਂਕਿ ਉਹਦੀ ਤਾਂ ਕੋਈ ਵੀ ਮਜਬੂਰੀ ਨਹੀਂ ਸਮਝਣ ਦੀ। ਲਾਸਟਲੀ ਜਦੋਂ ਸਾਰਾ ਕੁਝ ਹੋ ਗਿਆ, ਮੀਨਸ ਤੁਸੀਂ ਸਾਰਾ ਐਸੇ ਵਗੈਰਾ ਲਿਖ ਲਿਆ, ਲਾਸਟ ਤੇ ਕਨਕਲੂਜ਼ਨ ਦੇ ਵਿੱਚ ਕੁਝ ਵੀ ਐਕਸਟਰਾ ਨਹੀਂ ਹੋਣਾ ਚਾਹੀਦਾ। ਜਸਟ ਜਿਹੜੀਆਂ ਚੀਜ਼ਾਂ ਤੁਸੀਂ ਪਹਿਲਾਂ ਆਪਦੇ ਪੈਰਾਗ੍ਰਾਫਸ ਦੇ ਵਿੱਚ ਲਿਖੀਆਂ ਨੇ ਉਹੀ ਚੀਜ਼ਾਂ ਐਕਸਪਲੇਨ ਕਰਨੀਆਂ ਨੇ। ਤੇ ਲਾਸਟ ਤੇ ਜਦੋਂ ਕਨਕਲੂਜ਼ਨ ਵੀ ਲਿਖ ਲਿਆ, ਸਾਰਾ ਕੁਝ ਲਿਖ ਲਿਆ, ਉਦੋਂ ਮਗਰੋਂ ਲਾਸਟ ਦੇ ਵਿੱਚ ਕੀ ਕਰਨਾ ਹੁੰਦਾ, ਲਾਸਟ ਦੇ ਵਿੱਚ ਆਪਾਂ ਸਾਰਾ ਕੁਝ ਰੀਚੈੱਕ ਕਰਨਾ ਹੁੰਦਾ। ਰੀਚੈਕਿੰਗ ਦੇ ਵਿੱਚ ਅੰਡਰਸਟੈਂਡਿੰਗ ਫਿਰ ਤੋਂ ਆਊਗੀ, ਵੋਕੈਬਲਰੀ ਆਊਗੀ, ਗ੍ਰਾਮਰ ਆਊਗੀ, ਸਟਰਕਚਰ ਆਊਗੀ, ਆਪਣੇ ਪੈਰਾਗ੍ਰਾਫਸ ਆਉਣਗੇ, ਉਦੋਂ ਮਗਰੋਂ ਕੀ ਪੁਆਇੰਟਸ ਹੈਗੇ ਆ, ਕੀ ਸਪੈਲਿੰਗਸ ਨੇ, ਕੀ ਕਨਕਲੂਜ਼ਨ, ਐਵਰੀਥਿੰਗ। ਅਤੇ ਇਹਨਾਂ ਸਭ ਤੋਂ ਪਹਿਲਾਂ ਹੁਣ ਗੱਲ ਆਪਾਂ ਕਰਦੇ ਹਾਂ ਕਿ ਇਹ ਸਾਰੀਆਂ ਚੀਜ਼ਾਂ ਤਾਂ ਆਪਣੇ ਐਸੇ ਦੇ ਨਾਲ ਰਿਲੇਟਡ ਕਰਦੀਆਂ ਨੇ। ਅਤੇ ਹੁਣ ਗੱਲ ਕਰਦੇ ਹਾਂ ਆਪਾਂ ਕਿ ਜਦੋਂ ਆਪਾਂ ਐਸੇ ਲਿਖਣਾ ਹੁੰਦਾ ਉਦੋਂ ਪਹਿਲਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਐਸੇ ਲਿਖਣ ਤੋਂ ਪਹਿਲਾਂ ਸਾਰਿਆਂ ਨੂੰ ਪਹਿਲੀ ਚੀਜ਼ ਆਉਂਦੀ ਹੈ ਟਾਈਮ। ਆਪਾਂ ਟਾਈਮ ਨੂੰ ਕਿਵੇਂ ਮੈਨੇਜ ਕਰਦੇ ਹਾਂ। 1 ਘੰਟੇ ਦਾ ਟਾਈਮ ਮਿਲਦਾ ਆਪਾਂ ਨੂੰ, ਜਿਹਦੇ ਵਿੱਚੋਂ ਆਪਾਂ ਨੂੰ ਰਿਕਮੈਂਡ ਕੀਤਾ ਹੁੰਦਾ ਹੈ ਕਿ 40 ਫਸਟਲੀ ਅਤੇ 20 ਓਕੇ, ਫਸਟਲੀ ਅਤੇ ਸੈਕਿੰਡਲੀ, ਰਾਈਟ।